Hello plus 2 class. Today I am going to start new chapter that is features, problems and policies of agriculture. First is importance of agriculture in Indian economy. What is the importance of agriculture? Where it is important? Some facts are highlighted here. First is contribution to GDP. GDP means gross domestic product ਔਰ ਸਾਡੀ ਐਗਰੀਕਲਚਰ ਦੀ GDP ਦੇ ਵਿੱਚ ਕਿੰਨੀ ਕੰਟਰੀਬਿਊਸ਼ਨ ਆਉਂਦੀ ਹੈ ਅਰਲੀਅਰ ਇਟ ਵਾਸ 51% ਨਾਓ ਇਟਸ 17.4%। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਦੇਰ ਇਜ਼ ਅ ਡਿਕਲਾਈਨ ਇਨ ਦਾ ਪਰਸੈਂਟੇਜ ਸਾਡੀ ਪਰਸੈਂਟੇਜ ਡਿਕਲਾਈਨ ਤੇ ਹੋਈ ਹੈ ਬਟ ਨਾਟ ਡਿਊ ਟੂ ਦ ਡਿਕਲਾਈਨ ਇਨ ਦ ਪ੍ਰੋਡਕਟਿਵਿਟੀ ਆਫ ਦ ਐਗਰੀਕਲਚਰ ਬਟ ਦਿਸ ਇਜ਼ ਡਿਊ ਟੂ ਦ ਰਾਈਜ਼ ਇਨ ਦ other sectors like secondary sector and tertiary sector industries ਦੇ ਵਿੱਚ output increase ਹੋਗੀ due to that ਉੱਥੇ ਸਾਡੀ GDP rise ਹੋਗੀ and tertiary sector ਦੇ ਵਿੱਚ GDP rise ਹੋਗੀ because of that ਇਹਦਾ percentage share ਹੈ ਜਿਹੜਾ ਉਹ decline ਹੋ ਗਿਆ। supply of waste goods ਸਾਡੇ ਕੋਲ ਉਹ ਵਾਲੀਆਂ ਗੁੱਡਸ ਜਿਹੜੀਆਂ ਸਾਡੀਆਂ instead of the wages ਅਸੀਂ ਪ੍ਰੋਵਾਈਡ ਕਰਦੇ ਆ ਲਾਈਕ ਕੈਸ਼ ਦੇ ਵਿੱਚ ਅਸੀਂ ਵੇਜਿਸ ਨਾ ਪ੍ਰੋਵਾਈਡ ਕਰਕੇ ਅਸੀਂ ਉਹਨਾਂ ਨੂੰ ਵੀਟ ਰਾਈਸ ਪਲਸਿਸ ਮੇਜ਼ ਬਾਜਰਾ ਆਇਲ ਸੀਡਸ ਐਟਸੈਟਰਾ ਦੀ ਫੋਰਮ ਦੇ ਵਿੱਚ ਕਰਦੇ ਹਾਂ ਐਂਡ ਐਗਰੀਕਲਚਰ ਇੱਦਾਂ ਦੀਆਂ 121 ਕਰੋੜ ਪੀਪਲ ਨੂੰ ਜਿਹੜੀਆਂ ਆਪਣੀਆਂ ਵੇਸਟ ਗੁੱਡਸ ਆ ਪ੍ਰੋਵਾਈਡ ਕਰਦੀ ਹੈ। ਨੈਕਸਟ ਇਜ਼ ਅ ਸੋਰਸ ਆਫ ਇੰਪਲਾਇਮੈਂਟ। ਐਗਰੀਕਲਚਰ ਇਜ਼ also source of employment because more than 70% at the time of the independence 73% people were engaged in the primary sector. Now it's 51%। ਸਾਡੇ ਕੋਲ ਨੀਅਰ ਅਬਾਊਟ 50% ਸਾਡੇ ਕੋਲ ਪਾਪੂਲੇਸ਼ਨ ਹੈ ਜਿਹੜੀ ਐਗਰੀਕਲਚਰ ਸੈਕਟਰ ਦੇ ਵਿੱਚ ਇੰਗੇਜਡ ਹੈ। ਸਪਲਾਈ ਆਫ ਰॉ ਮਟੀਰੀਅਲ ਦਿਸ ਪ੍ਰੋਵਾਈਡ ਰॉ ਮਟੀਰੀਅਲ ਟੂ ਦ ਅਦਰ ਸੈਕਟਰਸ ਲਾਈਕ ਇੰਡਸਟਰੀਅਲ ਸੈਕਟਰ ਨੂੰ ਰॉ ਮਟੀਰੀਅਲ ਪ੍ਰੋਵਾਈਡ ਕਰਦਾ ਉਹਨਾਂ ਦੇ ਟੈਕਸਟਾਈਲ ਇੰਡਸਟਰੀਜ਼ ਦੇ ਲਈ ਕਾਟਨ ਪ੍ਰੋਵਾਈਡ ਕਰਦਾ ਆਇਲ ਇੰਡਸਟਰੀਜ਼ ਨੂੰ ਸੀਡਸ ਪ੍ਰੋਵਾਈਡ ਕਰਦਾ ਸ਼ੂਗਰ ਮਿਲਸ ਦੇ ਲਈ ਸ਼ੂਗਰ ਕੇਨ। ਤਾਂ ਐਗਰੀਕਲਚਰ ਸੈਕਟਰ ਹੈ ਜਿਹੜਾ ਪ੍ਰਾਇਮਰੀ ਸੋਰਸ ਹੈ ਇੰਡਸਟਰੀਅਲ ਸੈਕਟਰ ਦੇ ਲਈ ਕਿਉਂਕਿ ਸਾਰਾ ਦਾ ਸਾਰਾ ਰॉ ਮਟੀਰੀਅਲ ਇੰਡਸਟਰੀਜ਼ ਨੂੰ ਐਗਰੀਕਲਚਰ ਸੈਕਟਰ ਤੋਂ ਹੀ ਪ੍ਰੋਵਾਈਡ ਕੀਤਾ ਜਾਂਦਾ ਹੈ। Next is a source of demand for industrial goods. Industrial goods are those goods which are produced under the industries like tractors, harvesters ਹੋ ਗਏ ਔਰ ਇਹਨਾਂ ਦੀ ਜਿਹੜੀ ਡਿਮਾਂਡ ਹੈ these goods are demanded by the agriculture। ਸਾਡੇ ਕੋਲ ਐਗਰੀਕਲਚਰ ਸੈਕਟਰ ਹੈ ਜਿਹੜਾ ਉਹ ਇਹਨਾਂ ਦੀ ਡਿਮਾਂਡ ਕਰਦਾ ਬਿਕੋਜ਼ ਟਰੈਕਟਰ ਹਾਰਵੈਸਟਰਸ ਥ੍ਰੈਸ਼ਰਸ ਇਹਨਾਂ ਸਾਰਿਆਂ ਦੀ ਜਿਹੜੀ ਨੀਡ ਹੈ ਐਗਰੀਕਲਚਰ ਦੇ ਲਈ ਪੈਂਦੀ ਹੈ ਇਸੇ ਕਰਕੇ ਐਗਰੀਕਲਚਰ ਇਹਨਾਂ ਚੀਜ਼ਾਂ ਦੀ ਡਿਮਾਂਡ ਵੀ ਕਰਦਾ ਐਂਡ ਦਿਸ ਇਜ਼ ਅ ਸੋਰਸ ਆਫ ਡਿਮਾਂਡ ਫॉर द ਇੰਡਸਟਰੀਅਲ ਗੁੱਡਸ। ਨੈਕਸਟ ਇਜ਼ ਕੰਟਰੀਬਿਊਸ਼ਨ ਟੂ ਇੰਟਰਨੈਸ਼ਨਲ ਟ੍ਰੇਡ। ਇਟ ਇਜ਼ ਕੰਟਰੀਬਿਊਟਰ ਟੂ ਇੰਟਰਨੈਸ਼ਨਲ ਟ੍ਰੇਡ ਟੂ ਲਾਈਕ ਇੰਡੀਆ ਸਾਡੇ ਕੋਲ ਕਈ ਚੀਜ਼ਾਂ ਦੇ ਵਿੱਚ ਪ੍ਰੋਮੀਨੈਂਟ ਆਉਂਦਾ ਜਿਵੇਂ ਸਪਾਈਸਿਸ ਕਾਫੀ ਟੋਬੈਕੋ ਕੈਸ਼ੂਨਟ ਟੀ ਜੂਟ ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਗੁੱਡ ਐਕਸਪੋਰਟਰ ਹੈ ਇੰਡੀਆ ਔਰ these are those goods which are produced under the agriculture। ਸਾਡੇ ਕੋਲ ਇੰਡਸਟਰੀਜ਼ ਦੇ ਵਿੱਚ ਨਹੀਂ ਪ੍ਰੋਡਿਊਸ ਹੁੰਦੀਆਂ ਇਹ ਸਿਰਫ ਐਗਰੀਕਲਚਰ ਦੇ ਥਰੂ ਅਸੀਂ ਇਹਨਾਂ ਨੂੰ ਪ੍ਰੋਡਿਊਸ ਕਰਦੇ ਹੈਗੇ। ਨੈਕਸਟ ਇਜ਼ ਅ contribution to domestic trade. This is contributing to domestic trade. Trade means buying and selling of goods within the domestic trade means buying and selling of goods within the country। ਜਦੋਂ ਅਸੀਂ ਕੰਟਰੀ ਦੇ ਵਿੱਚ ਹੀ ਉਹ ਕਰਦੇ ਹਾਂ ਔਰ ਇੰਡੀਆ ਦੇ ਵਿੱਚ ਜ਼ਿਆਦਾ ਐਕਸਪੈਂਡੀਚਰ ਹੈ ਜਿਹੜਾ ਇਹਨਾਂ ਪ੍ਰੋਡਕਟਸ ਦੇ ਉੱਤੇ ਕੀਤਾ ਜਾਂਦਾ ਬਿਕੋਜ਼ ਬਹੁਤ ਸਾਰੇ ਪਰਸਨ ਹੈ ਜਿਹੜੇ ਉਹ ਇਹਨਾਂ ਦੀ ਡਿਮਾਂਡ ਕਰਦੇ ਆ। ਦੈਨ ਸਪਲਾਈ ਟੂ ਦ ਟਰਾਂਸਪੋਰਟ ਇੰਡਸਟਰੀ ਇਟ ਇਜ਼ ਪ੍ਰੋਵਾਈਡਡ ਸਪੋਰਟ ਟੂ ਦ ਟਰਾਂਸਪੋਰਟ ਇੰਡਸਟਰੀ ਆਲਸੋ ਬਿਕੋਜ਼ ਅਸੀਂ ਰੇਲਵੇਜ਼ ਰੋਡਵੇਜ਼ ਦੀ ਗੱਲ ਕਰਦੇ ਹੈਗੇ ਤਾਂ ਜਿਹਦੇ ਵੀ ਸਾਡੇ ਫਾਰਮ ਪ੍ਰੋਡਕਟਸ ਹੁੰਦੇ ਹੈਗੇ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣ ਦੇ ਲਈ ਸਾਨੂੰ ਰੋਡਵੇਜ਼ ਜਾਂ ਰੇਲਵੇਜ਼ ਦੀ ਜ਼ਰੂਰਤ ਪੈਂਦੀ ਹੈ। that's why it provides support to the transport industry also। wealth of the nation because ਅਸੀਂ ਐਸੈਟਸ ਦੀ ਗੱਲ ਕਰਦੇ ਹੈਗੇ ਤਾਂ ਸਾਡੇ ਕੋਲ ਸਾਡੀ ਜਿਹੜੀ ਐਸੈਟਸ ਫਿਕਸ ਐਸੈਟਸ ਲਾਈਕ ਅਸੀਂ ਲੈਂਡ ਦੀ ਗੱਲ ਕਰਦੇ ਹੈਗੇ ਤਾਂ ਸਭ ਤੋਂ ਜ਼ਿਆਦਾ ਸਾਡੇ ਕੋਲ ਐਗਰੀਕਲਚਰਲ ਲੈਂਡ ਆਉਂਦੀ ਹੈ ਐਂਡ ਬਹੁਤ ਸਾਰੇ ਲੋਕ ਹੈ ਹਜੇ ਵੀ ਇੱਥੇ ਹੋਰ ਇਨਵੈਸਟ ਕਰ ਰਹੇ ਹੈਗੇ ਇਨ ਦਾ ਮੇਜਰ ਐਂਡ ਦਾ ਮਾਈਨਰ ਐਜੂਕੇਸ਼ਨ ਪ੍ਰੋਜੈਕਟਸ। ਸੋ ਅਗਰ ਅਸੀਂ ਬਰੀਫਲੀ ਗੱਲ ਕਰਦੇ ਹੈਗੇ ਕਿ ਸਾਡੇ ਕੋਲ ਅਗਰ ਅਸੀਂ ਡਿਮਾਂਡ ਦੀ ਗੱਲ ਕਰਦੇ ਹਾਂ ਤਾਂ ਡਿਮਾਂਡਿੰਗ ਪੈਟਰਨ ਦੇ ਵਿੱਚ ਵੀ ਔਰ ਸਪਲਾਈ ਦੀ ਗੱਲ ਕਰਦੇ ਹਾਂ ਤਾਂ ਸਪਲਾਈ ਪੈਟਰਨ ਦੇ ਵਿੱਚ ਵੀ ਸਾਨੂੰ ਦੋਨੋਂ ਜਗ੍ਹਾ ਦੇ ਉੱਤੇ ਐਗਰੀਕਲਚਰ ਹੈ ਜਿਹੜਾ ਸਪੋਰਟ ਪ੍ਰੋਵਾਈਡ ਕਰਦਾ ਹੈ and this is contributing to the GDP also।
ਫੀਚਰਸ ਆਫ ਇੰਡੀਅਨ ਐਗਰੀਕਲਚਰ। ਸਾਡੀ ਇੰਡੀਅਨ ਐਗਰੀਕਲਚਰ ਹੈ ਕਿੱਦਾਂ ਦੀ ਹੈ? ਫਸਟ ਇਜ਼ ਅ ਲੋ ਪ੍ਰੋਡਕਟਿਵਿਟੀ ਮੀਨਸ ਪਰ ਹੈਕਟੇਅਰ ਆਊਟਪੁੱਟ। ਅਗਰ ਅਸੀਂ ਇੱਕ ਪਰ ਹੈਕਟੇਅਰ ਲੈਂਡ ਤੋਂ ਕਿੰਨੀ ਆਊਟਪੁੱਟ ਲੈਂਦੇ ਹਾਂ। ਅਗਰ ਅਸੀਂ ਆਪਣੀ ਕੰਟਰੀ ਨੂੰ ਦੂਸਰੀ ਕੰਟਰੀਜ਼ ਦੇ ਨਾਲ ਕੰਪੇਅਰ ਕਰਦੇ ਹਾਂ ਤਾਂ ਸਾਡੀ ਪ੍ਰੋਡਕਟਿਵਿਟੀ ਐਕਸਟ੍ਰੀਮਲੀ ਲੋ ਆਉਂਦੀ ਹੈ। ਲਾਈਕ ਹੇਅਰ ਦੇ ਹੈਵ ਗਿਵਨ ਵਨ ਟੇਬਲ। ਅਗਰ ਅਸੀਂ ਇਹਦੇ ਵਿੱਚ ਦੇਖਦੇ ਹਾਂ ਤਾਂ ਸਾਡੇ ਕੋਲ ਰਾਈਸ ਇੰਡੀਆ ਦੇ ਵਿੱਚ 3.6% ਸਾਡੇ ਕੋਲ ਪ੍ਰੋਡਕਟਿਵਿਟੀ ਆਉਂਦੀ ਹੈ। 3.6 ਟਨਸ ਦੀ ਪ੍ਰੋਡਕਟਿਵਿਟੀ ਆਉਂਦੀ ਪਰ ਹੈਕਟੇਅਰ। ਵੇਅਰ ਐਸ ਇਨ ਚਾਈਨਾ ਇਟਸ 6.8 ਔਰ ਵਰਲਡ ਦੀ ਸਾਡੇ ਕੋਲ ਐਵਰੇਜ ਆਉਂਦੀ ਹੈ 4.5। ਵੀਟ ਇੰਡੀਆ ਦੇ ਵਿੱਚ 3.1 ਵੇਅਰ ਐਸ UK ਦੇ ਵਿੱਚ ਅਗਰ ਅਸੀਂ ਦੇਖਦੇ ਹਾਂ ਤਾਂ ਦਿਸ ਇਜ਼ 9.0 ਐਂਡ ਵਰਲਡ ਦੀ ਜਿਹੜੀ ਐਵਰੇਜ ਆ ਦਿਸ ਇਜ਼ 3.3। ਸਿਮਿਲਰਲੀ ਸਾਡੇ ਕੋਲ ਮੇਜ਼ ਦਾ ਦਿੱਤਾ ਹੋਇਆ। ਅਗਰ ਅਸੀਂ ਦੇਖਦੇ ਹਾਂ ਇੰਡੀਆ ਇਜ਼ ਪ੍ਰੋਡਿਊਸਿੰਗ ਲੈਸ ਦੈਨ ਦਾ ਵਰਲਡਸ ਐਵਰੇਜ। ਜਿੰਨੀ ਵੀ ਸਾਡੇ ਕੋਲ ਵਰਲਡ ਐਵਰੇਜ ਆਉਂਦੀ ਹੈ ਇੰਡੀਆ ਉਸ ਤੋਂ ਵੀ ਘੱਟ ਪ੍ਰੋਡਿਊਸ ਕਰ ਰਿਹਾ। ਇਟ ਮੀਨਸ ਵੀ ਆਰ ਹੈਵਿੰਗ ਵੈਰੀ ਲੋ ਪ੍ਰੋਡਕਟਿਵਿਟੀ। ਪਰ ਜਦੋਂ ਵੀ ਅਸੀਂ ਪ੍ਰੋਡਕਟਿਵਿਟੀ ਦੀ ਗੱਲ ਕਰਦੇ ਹਾਂ ਦਿਸ ਇਜ਼ ਸਾਈਨ ਆਫ ਦਾ ਬੈਕਵਰਡਨੈਸ ਕਿ ਸਾਨੂੰ ਇਹ ਸ਼ੋ ਕਰਦਾ ਹੈ ਕਿ ਅਸੀਂ ਹਜੇ ਬਹੁਤ ਸਾਡੇ ਕੋਲ ਗਰੋਥ ਦੇ ਚਾਂਸਿਸ ਹੈ ਜਿੱਥੇ ਅਸੀਂ ਗਰੋ ਕਰ ਸਕਦੇ ਹਾਂ। ਅਗਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਰੈਵੋਲਿਊਸ਼ਨਸ ਅਤੇ ਗ੍ਰੀਨ ਰੈਵੋਲਿਊਸ਼ਨ ਦੇ ਕਰਕੇ ਬਹੁਤ ਸਾਰਾ ਜਿਹੜਾ ਸਾਡੇ ਕੋਲ ਅਸੀਂ ਪ੍ਰੋਡਕਟਿਵਿਟੀ ਨੂੰ ਰਾਈਜ਼ ਕਰ ਚੁੱਕੇ ਹਾਂ। ਬਟ ਵੇਅਰ ਐਜ਼ ਅਗਰ ਅਸੀਂ ਦੂਸਰੇ ਜਿਹੜੇ ਸਟੇਟਸ ਹੈ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਉੱਥੇ ਹਜੇ ਬਹੁਤ ਸਾਰੀ ਪ੍ਰੋਡਕਸ਼ਨ ਹੋਣ ਵਾਲੀ ਰਹਿੰਦੀ ਹੈ ਜਿੱਥੇ ਉਹਨਾਂ ਦੀ ਪ੍ਰੋਡਕਟਿਵਿਟੀ ਨੂੰ ਰਾਈਜ਼ ਕੀਤਾ ਜਾ ਸਕਦਾ ਹੈ। ਨੈਕਸਟ ਇਜ਼ ਅ ਡਿਸਗਾਈਜ਼ਡ ਅਨਇੰਪਲੋਇਮੈਂਟ। ਅਗਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਜਾਂ ਕਿਸੇ ਹੋਰ ਸਟੇਟ ਦੀ ਗੱਲ ਕਰਦੇ ਆਂਗੇ ਤਾਂ ਮੇਜਰ ਜਿਹੜੀ ਕੰਟਰੀਬਿਊਸ਼ਨ ਹੈ ਟੂ ਦ GDP ਸਾਡੇ ਕੋਲ ਸੌਰੀ ਨਾਟ ਟੂ ਦ GDP ਇੰਪਲੋਇਮੈਂਟ ਦੇ ਵਿੱਚ ਮੇਜਰ ਕੰਟਰੀਬਿਊਸ਼ਨ ਐਗਰੀਕਲਚਰ ਸੈਕਟਰ ਦੀ ਆਉਂਦੀ ਹੈ। ਐਟ ਦ ਈਵ ਆਫ ਦ ਇੰਡੀਪੈਂਡੈਂਸ ਇਟ ਵਾਜ਼ 70%, ਨਾਓ ਇਟਸ 50%। ਬਟ ਉਹਦੇ ਵਿੱਚ ਕੁਛ ਇੱਦਾਂ ਦੇ ਲੋਕ ਵੀ ਹੋਣਗੇ ਜਿਨ੍ਹਾਂ ਦੀ ਮਾਰਜਨਲ ਪ੍ਰੋਡਕਟਿਵਿਟੀ ਇਜ਼ ਜ਼ੀਰੋ। ਮਾਰਜਨਲ ਪ੍ਰੋਡਕਟਿਵਿਟੀ ਅਗਰ ਉਹਨਾਂ ਨੂੰ ਵਿਡਰਾ ਕਰ ਲਿਆ ਜਾਵੇ ਤਾਂ ਟੋਟਲ ਆਊਟਪੁੱਟ ਦੇ ਵਿੱਚ ਕੋਈ ਚੇਂਜ ਨਹੀਂ ਆਉਂਦੀ। ਦੈਟ ਇਜ਼ ਕਾਲਡ ਦ ਮਾਰਜਨਲ ਪ੍ਰੋਡਕਟਿਵਿਟੀ। ਤਾਂ ਡਿਸਗਾਈਜ਼ਡ ਅਨਇੰਪਲੋਇਮੈਂਟ ਇੱਦਾਂ ਦੀ ਸਿਚੁਏਸ਼ਨ ਹੁੰਦੀ ਹੈ ਜਿੱਥੇ ਮਾਰਜਨਲ ਪ੍ਰੋਡਕਟਿਵਿਟੀ ਆਫ ਦ ਪਰਸਨ ਹੂ ਆਰ ਡੂਇੰਗ ਵਰਕ ਦੇਅਰ ਤਾਂ ਉਹਨਾਂ ਦੀ ਜ਼ੀਰੋ ਹੁੰਦੀ ਹੈ। ਅਗਰ 2-3 ਪਰਸਨਸ ਨੂੰ ਅਗਰ 10 ਜਣੇ ਕੰਮ ਕਰ ਰਹੇ ਆ ਉੱਥੇ ਨੀਡ ਕਿੰਨੇ ਦੀ ਹੈ 5 ਜਣਿਆਂ ਦੀ ਹੈ ਤਾਂ 5 ਸਾਡੇ ਕੋਲ ਡਿਸਗਾਈਜ਼ਡ ਅਨਇੰਪਲਾਇਡ ਹੋਣਗੇ। ਡਿਪੈਂਡੈਂਸ ਔਨ ਰੇਨਫੋਲ ਸਾਡੇ ਕੋਲ ਬਹੁਤ ਵਧੀਆ ਰਿਸੋਰਸਿਸ ਆਉਂਦੇ ਹੈਗੇ। ਅਗਰ ਅਸੀਂ ਦੇਖਦੇ ਹਾਂ ਟਿਊਬਵੈਲਸ ਆਉਂਦੇ ਆ, ਕੈਨਲਸ ਆਉਂਦੇ ਹੈਗੀਆਂ। ਸਾਡੇ ਕੋਲ ਅਸੀਂ ਇਰੀਗੇਸ਼ਨ ਪਰਮਾਨੈਂਟ ਮੀਨਸ ਲੈ ਲਏ ਆ ਬਟ ਸਟਿਲ ਹਜੇ ਵੀ ਬਹੁਤ ਸਾਰੇ ਏਰੀਆਜ਼ ਇੱਦਾਂ ਦੇ ਹੈਗੇ ਜਿੱਥੇ ਡਿਪੈਂਡ ਅਸੀਂ ਰੇਨਫੋਲ ਦੇ ਉੱਤੇ ਕਰਦੇ ਹਾਂ। ਸੀ ਦੇ ਹੈਵ ਗਿਵਨ ਵਨ ਫੋਟੋਗ੍ਰਾਫ ਜਿੱਥੇ ਉਹ ਰੇਨ ਦੀ ਵੇਟ ਕਰ ਰਿਹਾ ਕਿਉਂਕਿ ਉਹ ਬਿਲਕੁਲ ਡਰੌਟ ਉੱਥੇ। ਤਾਂ ਜੇ ਗੁੱਡ ਰੇਨਫੋਲ ਹੈ ਇਟ ਮੀਨਸ ਗੁੱਡ ਪ੍ਰੋਡਕਟਿਵਿਟੀ। ਇਫ ਰੇਨਫੋਲ ਇਜ਼ ਨੋਟ ਗੁੱਡ ਜਾਂ ਸਾਡੇ ਕੋਲ ਬਹੁਤ ਜ਼ਿਆਦਾ ਰੇਨਫੋਲ ਹੋ ਜਾਂਦੀ ਹੈ ਦੈਨ ਆਲਸੋ ਸਾਡੀ ਪ੍ਰੋਡਕਟਿਵਿਟੀ ਦੇ ਉੱਤੇ ਇੰਪੈਕਟ ਪੈਂਦਾ। ਨੈਕਸਟ ਇਜ਼ ਅ ਸਬਸਿਸਟੈਂਸ ਫਾਰਮਿੰਗ। ਸਬਸਿਸਟੈਂਸ ਫਾਰਮਿੰਗ ਮੀਨਸ ਉਹ ਵਾਲੀ ਫਾਰਮਿੰਗ ਜਿਹੜੀ ਪਰਸਨ ਨੂੰ ਆਪਣੀਆਂ ਫੈਮਿਲੀ ਦੀਆਂ ਨੀਡਸ ਫੁਲਫਿਲ ਕਰਨ ਦੇ ਲਈ ਜ਼ਰੂਰਤ ਹੈ। ਇਟ ਮੀਨਸ ਇੰਡੀਆ ਜਿਹੜਾ ਹੈ ਉਹ ਸਿਰਫ ਸਬਸਿਸਟੈਂਸ ਫਾਰਮਿੰਗ ਦੇ ਲਈ ਹੀ ਵਰਕ ਕਰਦਾ। ਦੇ ਆਰ ਨਾਟ ਵਰਕਿੰਗ ਫॉर ਦ ਕਮਰਸ਼ੀਅਲ ਫਾਰਮਿੰਗ। ਕਮਰਸ਼ੀਅਲ ਫਾਰਮਿੰਗ ਮੀਨਸ ਜਿਹੜੀ ਸਾਡੇ ਕੋਲ ਮਾਰਕੀਟੇਬਲ ਸਰਪਲਸ ਆਉਂਦਾ ਜਿੰਨੀ ਸਾਡੀ ਜ਼ਰੂਰਤ ਹੈ ਉਸ ਜ਼ਰੂਰਤ ਤੋਂ ਜ਼ਿਆਦਾ ਜਦੋਂ ਅਸੀਂ ਪ੍ਰੋਡਿਊਸ ਕਰਦੇ ਹਾਂ ਸੋ ਦੈਟ ਕਿ ਅਸੀਂ ਪ੍ਰੋਫਿਟ ਅਰਨ ਕਰ ਸਕੀਏ ਦੈਟ ਇਜ਼ ਨੋਨ ਐਜ਼ ਅ ਕਮਰਸ਼ੀਅਲ ਫਾਰਮਿੰਗ। ਬਟ ਸਟਿਲ ਅਸੀਂ ਸਬਸਿਸਟੈਂਸ ਫਾਰਮਿੰਗ ਨੂੰ ਹੀ ਪ੍ਰੈਫਰ ਕਰਦੇ ਹਾਂ। ਲੈਕ ਆਫ ਮਾਡਰਨ ਇਨਪੁਟਸ ਸਾਡੇ ਕੋਲ ਹਜੇ ਬਹੁਤ ਸਾਰੀਆਂ ਸਟੇਟਸ ਇੱਦਾਂ ਦੀਆਂ ਜਿੱਥੇ ਮਾਡਰਨ ਇਨਪੁਟਸ ਨਹੀਂ ਆ। ਲਾਈਕ ਵੀ ਆਰ ਹੈਵਿੰਗ ਟਰੈਕਟਰਸ, ਥ੍ਰੈਸ਼ਰਸ, ਹਾਰਵੈਸਟਰਸ ਬਟ ਹਜੇ ਵੀ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ। ਈਵਨ ਦੋ ਦੇ ਆਰ ਨਾਟ ਯੂਜ਼ਿੰਗ ਇਨਸੈਕਟੀਸਾਈਡ, ਪੈਸਟੀਸਾਈਡ, ਕੈਮੀਕਲ ਫਰਟੀਲਾਈਜ਼ਰਸ। ਬਿਕੋਜ਼ ਆਫ ਦੈਟ ਸਾਡੀ ਜਿਹੜੀ ਪ੍ਰੋਡਕਟਿਵਿਟੀ ਆ ਉਹ ਲੈਸ ਹੈ ਐਂਡ ਇਟ ਸ਼ੋਜ਼ ਦ ਬੈਕਵਰਡਨੈਸ। ਸਮੋਲ ਹੋਲਡਿੰਗ ਸਾਈਜ਼ ਕਿ ਫਾਰਮਰ ਕੋਲ ਕਿੰਨੀ ਲੈਂਡ ਹੈ ਐਂਡ ਦਿਸ ਇਜ਼ ਵੈਰੀ ਲੈਸ ਬਿਕੋਜ਼ ਬਹੁਤ ਸਾਰੇ ਸਾਡੇ ਕੋਲ ਇੱਦਾਂ ਦੇ ਸਾਡੇ ਕੋਲ ਏਰੀਆਜ਼ ਆਉਂਦੇ ਜਿੱਥੇ ਮਾਰਜਨਲ ਫਾਰਮਰਸ ਹੁੰਦੇ ਆ। ਮਾਰਜਨਲ ਫਾਰਮਰਸ ਜਿਨ੍ਹਾਂ ਕੋਲ ਸਮੋਲ ਲੈਂਡ ਹੋਲਡਿੰਗਸ ਹੁੰਦੀਆਂ ਤਾਂ ਇਹਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਕੋਲ ਜੋ ਵੀ ਅਸੀਂ ਮਸ਼ੀਨਸ ਵਗੈਰਾ ਯੂਜ਼ ਕਰਦੇ ਹੈਗੇ ਤਾਂ ਉਹ ਡਿਫੀਕਲਟ ਹੁੰਦਾ ਹੈ ਕਿ ਅਸੀਂ ਮੈਕਨਾਈਜੇਸ਼ਨ ਕਰ ਸਕੀਏ। ਐਂਡ ਸੈਕਿੰਡ ਉਹਨਾਂ ਕੋਲ ਸਬਸਿਸਟੈਂਸ ਫਾਰਮਿੰਗ ਤੋਂ ਇਲਾਵਾ ਹੋਰ ਕੋਈ ਸੋਰਸ ਨਹੀਂ ਬਚ ਜਾਂਦਾ। ਦੇ ਹੈਵ ਗਿਵਨ ਕੈਟਾਗਰੀਜ਼ ਆਫ ਫਾਰਮਰਸ ਇਨ ਇੰਡੀਆ। ਫਸਟ ਵੀ ਆਰ ਹੈਵਿੰਗ ਮਾਰਜਨਲ ਫਾਰਮਰਸ। ਅਗਰ ਅਸੀਂ ਨੀਚੇ ਤੋਂ ਸਟਾਰਟ ਕਰਦੇ ਹਾਂ ਲਾਰਜ ਫਾਰਮਰ ਉਹ ਵਾਲੇ ਫਾਰਮਰਸ ਜਿਨ੍ਹਾਂ ਦੇ ਕੋਲ 10 ਏਕੜ ਤੋਂ ਜ਼ਿਆਦਾ ਦੀ ਲੈਂਡ ਆਉਂਦੀ ਹੈ। 10 ਏਕੜ ਔਰ ਮੋਰ ਦੈਨ 10 ਏਕੜ। 10 ਏਕੜ ਅਗਰ ਅਸੀਂ ਕਰਦੇ ਹਾਂ ਦਿਸ ਇਜ਼ ਨੀਅਰ ਅਬਾਊਟ 10 ਹੈਕਟੇਅਰ
ਐਂਡ ਦਿਸ ਇਜ਼ ਨੀਅਰਲੀ ਅਬਾਊਟ 25 ਏਕੜ ਜਿਨ੍ਹਾਂ ਕੋਲੇ 25 ਕਿੱਲੇ ਜ਼ਮੀਨ ਦੇ ਆਉਂਦੇ ਉਹਨਾਂ ਨੂੰ ਅਸੀਂ ਲਾਰਜ ਫਾਰਮਰਸ ਕਹਿੰਦੇ ਹਾਂ। ਉਹ ਵਾਲੇ ਫਾਰਮਰਸ ਹੂ ਆਰ ਹੈਵਿੰਗ ਇਨ ਬਿਟਵੀਨ 2 to 10 ਮੀਨਸ 5 ਤੋਂ ਲੈ ਕੇ 25 ਏਕੜ ਤੱਕ ਜਿਨ੍ਹਾਂ ਦੇ ਕੋਲ ਲੈਂਡ ਆਉਂਦੀ ਉਹਨਾਂ ਨੂੰ ਸੈਮੀ ਮੀਡੀਅਮ ਜਾਂ ਫਿਰ ਅਸੀਂ ਮੀਡੀਅਮ ਫਾਰਮਰਸ ਕਹਿੰਦੇ ਹਾਂ। ਹੂ ਆਰ ਹੈਵਿੰਗ ਲੈਸ ਦੈਨ 5 ਏਕੜ ਐਂਡ ਬਟ ਮੋਰ ਦੈਨ 2.5 ਏਕੜ ਤਾਂ ਅਸੀਂ ਉਹਨਾਂ ਨੂੰ ਸਮੋਲ ਫਾਰਮਰਸ ਐਂਡ ਜਿਨ੍ਹਾਂ ਕੋਲੇ 2.5 ਏਕੜ ਤੋਂ ਵੀ ਘੱਟ ਦੀ ਜ਼ਮੀਨ ਆਉਂਦੀ ਹੈਗੀ ਦੈਟ ਇਜ਼ ਨੋਨ ਐਜ਼ ਅ ਮਾਰਜਨਲ ਫਾਰਮਰ। then landlord tenant conflict, landlord who is having ownership of the land and tenant who is actually working on the land ਔਰ ਉਹਨਾਂ ਦੋਨਾਂ ਦੇ ਵਿੱਚ ਹਮੇਸ਼ਾ ਕਨਫਲਿਕਟਸ ਚੱਲਦੇ ਹੀ ਰਹਿੰਦੇ ਆ ਬਿਕੋਜ਼ ਸਮ ਟਾਈਮ ਟੀਨੈਂਟ ਉਹਨੂੰ ਲੱਗਦਾ ਹੈ ਕਿ ਓਨਰ ਨੂੰ ਲੱਗਦਾ ਹੈ ਕਿ ਟੀਨੈਂਟ ਤੇ ਬਹੁਤ ਜ਼ਿਆਦਾ ਅਰਨ ਕਰ ਰਿਹਾ ਔਰ ਸਮ ਟਾਈਮ ਉਹਨਾਂ ਨੂੰ ਲੱਗਦਾ ਕਿ ਉਹ ਰੈਂਟ ਜ਼ਿਆਦਾ ਲੈ ਰਹੇ ਆ ਤਾਂ ਇੱਦਾਂ ਦੇ ਜਿਹੜੇ ਕਨਫਲਿਕਟਸ ਆ ਉਹਨਾਂ ਦੇ ਵਿੱਚ ਹੁੰਦੇ ਰਹਿੰਦੇ ਆ। then primitive technology means outdated techniques ਅਸੀਂ ਯੂਜ਼ ਕਰਦੇ ਹਾਂ। ਹਜੇ ਵੀ ਬਹੁਤ ਸਾਰੀ ਪਾਪੂਲੇਸ਼ਨ ਹੈ ਜਿਹੜੀ ਸਾਡੀ ਪੂਅਰ ਹੈ ਔਰ ਜਦੋਂ ਉਹਨਾਂ ਨੇ ਪਲੋ ਕਰਨਾ ਇੰਸਟੈਡ ਆਫ ਪਲੋਇੰਗ ਵਿਦ ਦ ਟਰੈਕਟਰਸ ਉਹ ਬੁਲਸ ਆ ਜਿਹੜੇ ਉਹਨਾਂ ਨੂੰ ਯੂਜ਼ ਕਰਦੇ ਆ। ਦੇ ਹੈਵ ਗਿਵਨ ਹਿਅਰ ਪ੍ਰੀਮਿਟਿਵ ਟੈਕਨੋਲੋਜੀ ਬੁਲਸ ਨਾਟ ਟਰੈਕਟਰਸ ਪਲੋ ਦ ਫੀਲਡਸ ਤਾਂ ਬੁਲਸ ਆ ਜਿਹੜੇ ਉਹ ਪਲੋ ਕਰ ਰਹੇ ਆ। ਇਟ ਮੀਨਸ ਸਾਡੀ ਜਿਹੜੀ ਰਿਲਾਇੰਸ ਹੈ ਉਹ ਸਾਡੇ ਕੋਲ ਲਾਈਫ ਸਟਾਕ ਦੇ ਉੱਤੇ ਅਸੀਂ ਰਿਲਾਈ ਕਰਦੇ ਇੰਸਟੈਡ ਆਫ ਦ ਟੈਕਨੋਲੋਜੀ। ਜਿੰਨੀ ਦੇਰ ਤੱਕ ਟੈਕਨੋਲੋਜੀ ਇੰਪਰੂਵ ਨਹੀਂ ਹੁੰਦੀ ਸਾਡੇ ਕੋਲ ਟੈਕਨੋਲੋਜੀ ਨਹੀਂ ਆਉਂਦੀ ਉਨੀ ਦੇਰ ਤੱਕ ਅਸੀਂ ਆਪਣੀ ਪ੍ਰੋਡਕਟੀਵਿਟੀ ਜਿਹੜੀ ਉਹਨੂੰ ਇੰਪਰੂਵ ਨਹੀਂ ਕਰ ਸਕਦੇ। ਸੋ ਸਾਨੂੰ ਆਪਣੇ ਫੀਚਰਸ ਨੂੰ ਚੇਂਜ ਕਰਕੇ ਆਪਣੀ ਜਿਹੜੀਆਂ ਜੋ ਵੀ ਪ੍ਰੋਬਲਮਸ ਆਉਂਦੀਆਂ ਦੀਜ਼ ਆਰ ਦ ਪ੍ਰੋਬਲਮਸ ਆਲਸੋ। ਅਗਰ ਅਸੀਂ ਪ੍ਰੋਬਲਮਸ ਨੂੰ ਦੇਖਦੇ ਹਾਂਗੇ ਪ੍ਰੋਬਲਮਸ ਆਫ ਦ ਇੰਡੀਅਨ ਐਗਰੀਕਲਚਰ ਦਿਸ ਇਜ਼ ਲਿਟਲ ਬਿਟ ਸਿਮਿਲਰ ਟੂ ਦ ਫੀਚਰਸ ਆਫ ਦ ਇੰਡੀਅਨ ਐਗਰੀਕਲਚਰ ਬਿਕੋਜ਼ ਸਾਡੀਆਂ ਜਿੰਨੇ ਵੀ ਫੀਚਰਸ ਹੈ ਦੀਜ਼ ਆਰ ਦ ਪ੍ਰੋਬਲਮਸ ਓਨਲੀ। ਲੈਕ ਆਫ ਪਰਮਾਨੈਂਟ ਮੀਨਸ ਆਫ ਇਰੀਗੇਸ਼ਨ ਸਾਡੇ ਕੋਲ ਇਰੀਗੇਸ਼ਨ ਬਿਕੋਜ਼ ਅਸੀਂ ਰੇਨਫਾਲ ਦੇ ਉੱਤੇ ਡਿਪੈਂਡ ਕਰਦੇ ਹਾਂ। ਅਸੀਂ ਹਜੇ ਵੀ ਟਿਊਬਵੈਲਸ ਜਿਹੜੇ ਹੈਗੇ ਉਹਨਾਂ ਨੂੰ ਪਰਮਾਨੈਂਟ ਮੀਨਸ ਦੇ ਤੌਰ ਦੇ ਉੱਤੇ ਨਹੀਂ ਰੱਖਿਆ ਹੋਇਆ ਹੈਗਾ। ਦੈਨ ਡੈਫੀਸ਼ੀਐਂਸੀ ਆਫ ਫਾਈਨਾਂਸ ਮੀਨਸ ਕਿ ਉਹਨਾਂ ਕੋਲੇ ਆਪਣੀ ਜਿਹੜੀਆਂ ਨੀਡਸ ਹੈਗੀਆਂ ਉਹਨਾਂ ਨੂੰ ਫੁਲਫਿਲ ਕਰਨ ਦੇ ਲਈ ਮਨੀ ਨਹੀਂ ਹੈ। ਅਗਰ ਅਸੀਂ ਸਮੋਲ ਜਾਂ ਮਾਰਜਨਲ ਫਾਰਮਰ ਦੀ ਗੱਲ ਕਰਦੇ ਹੈਗੇ ਤਾਂ ਉਹਨਾਂ ਦੀ ਜਿਹੜੀ ਨੀਡਸ ਹੁੰਦੀਆਂ ਹੈਗੀਆਂ ਲਾਈਕ ਸੀਡਸ ਚਾਹੀਦੇ ਉਹਨਾਂ ਨੂੰ ਜਾਂ ਕੈਮੀਕਲ ਫਰਟੀਲਾਈਜ਼ਰਸ ਚਾਹੀਦੇ ਤਾਂ ਉਹਨਾਂ ਦੇ ਲਈ ਵੀ ਉਹਨਾਂ ਕੋਲ ਮਨੀ ਨਹੀਂ ਹੁੰਦੀ ਐਂਡ ਦੇ ਆਰ ਅਪਰੋਚਿੰਗ ਟੂ ਦ ਮਹਾਜਨਸ ਔਰ ਮਨੀ ਲੈਂਡਰਸ ਜਾਂ ਫਿਰ ਉਹ ਲੈਂਡਲੋਰਡ ਨੂੰ ਅਪਰੋਚ ਕਰਦੇ ਆ ਔਰ ਇਹ ਜਿਹੜੇ ਲੋਕ ਹੈ ਉਹ ਬਹੁਤ ਜ਼ਿਆਦਾ ਹਾਈ ਰੇਟ ਆਫ ਇੰਟਰਸਟ ਉਹਨਾਂ ਤੋਂ ਚਾਰਜ ਕਰਦੇ ਹੈਗੇ। ਤਾਂ ਇੰਸਟੀਟਿਊਸ਼ਨਲ ਫਾਈਨਾਂਸ ਹੈ ਜਿਹੜਾ ਉੱਥੇ ਉਹਨਾਂ ਕੋਲ ਉਨੀ ਜ਼ਮੀਨ ਨਹੀਂ ਹੁੰਦੀ ਗੀ ਕਿਉਂਕਿ ਉਹਨਾਂ ਕੋਲ ਰਿਸੋਰਸਿਸ ਬਹੁਤ ਘੱਟ ਹੈ ਤਾਂ ਉਹਨਾਂ ਨੂੰ ਅਪਰੋਚ ਹੀ ਨਹੀਂ ਕਰ ਸਕਦੇ। ਸੋ ਹਾਈ ਕੋਸਟ ਉਹਨਾਂ ਨੂੰ ਬੋਰੋ ਕਰਨੀ ਪੈਂਦੀ ਹੈ ਵਿਚ ਲੀਡ ਦੈਮ ਟੂ ਦ ਵਿਸ਼ੀਅਸ ਸਰਕਲ ਆਫ ਦ ਪਾਵਰਟੀ। ਵਿਸ਼ੀਅਸ ਸਰਕਲ ਮੀਨਸ ਕਿ ਜਦੋਂ ਹਾਈ ਰੇਟ ਆਫ ਇੰਟਰਸਟ ਪੇ ਕਰ ਰਹੇ ਆ ਦੈਨ ਦੇ ਹੈਵ ਟੂ ਸਫਰ ਹਾਈ ਰੇਟ ਆਫ ਇੰਟਰਸਟ ਤਾਂ ਉਹਦੀ ਦੀ ਕੋਸਟ ਵੱਧ ਜਾਂਦੀ ਹੈ ਬੋਰਿੰਗਸ ਦੀ ਜਿਹਦੇ ਨਾਲ ਕਿ ਉਹ ਆਉਣ ਵਾਲੇ ਟਾਈਮ ਪੀਰੀਅਡ ਦੇ ਵਿੱਚ ਉਹਨਾਂ ਨੂੰ ਪ੍ਰੋਪਰਲੀ ਪੇ ਨਹੀਂ ਕਰ ਪਾਉਂਦੇ। ਦਿਸ ਇਜ਼ ਵਿਸ਼ੀਅਸ ਸਰਕਲ ਆਫ ਦ ਪਾਵਰਟੀ ਐਂਡ ਉਸ ਨੂੰ ਪੇ ਕਰਨ ਦੇ ਲਈ ਅਗੇਨ ਦੇ ਹੈਵ ਟੂ ਟੇਕ ਸਮ ਮਨੀ। ਕਨਵੈਨਸ਼ਨਲ ਆਊਟਲੁੱਕ ਹਜੇ ਵੀ ਫਾਰਮਰਸ ਆ ਜਿਹੜੇ ਉਹ ਪ੍ਰੀਮਿਟਿਵ ਟੈਕਨੋਲੋਜੀ ਯੂਜ਼ ਕਰ ਰਹੇ ਇੰਸਟੈਡ ਆਫ ਯੂਜ਼ਿੰਗ ਦ ਮਾਡਰਨ ਟੈਕਨੀਕਸ ਲਾਈਕ ਟਰੈਕਟਰਸ ਥ੍ਰੈਸ਼ਰਸ ਤਾਂ ਉਹਦੀ ਜਗ੍ਹਾ ਦੇ ਉੱਤੇ ਹਜੇ ਵੀ ਲਾਈਫ ਸਟਾਕ ਦੇ ਨਾਲ ਹੀ ਉਹ ਫਾਰਮਿੰਗ ਕਰ ਰਹੇ ਆ। ਸਮੋਲ ਐਂਡ ਸਕੈਟਰਡ ਹੋਲਡਿੰਗ ਲੋਕਾਂ ਕੋਲ ਜਿਹੜੀ ਜ਼ਮੀਨ ਹੈ ਬਹੁਤ ਘੱਟ ਹੈ ਔਰ ਈਵਨ ਦੋ ਉਹ ਸਾਰੀ ਦੀ ਸਾਰੀ ਇਹ ਨਹੀਂ ਹੈ ਵੀ ਇੱਕ ਜਗ੍ਹਾ 'ਤੇ ਅਲੱਗ-ਅਲੱਗ ਪਲੇਸਿਸ ਦੇ ਉੱਤੇ ਉਹਨਾਂ ਕੋਲ ਤਾਂ ਉਹ ਜਿਹੜੀ ਸਾਡੇ ਕੋਲ ਜਿਹੜੀ ਜਦੋਂ ਉਹਨਾਂ ਨੇ ਉਹਨਾਂ ਨੂੰ ਯੂਜ਼ ਕਰਨਾ ਹੈ ਜਾਂ ਉੱਥੇ ਕੰਮ ਕਰਨਾ ਹੈ ਤਾਂ ਉੱਥੇ ਪ੍ਰੋਡਕਟਿਵ ਵੇ ਦੇ ਨਾਲ ਕੰਮ ਨਹੀਂ ਹੁੰਦਾ। ਐਕਸਪਲੋਇਟੇਟਿਵ ਐਗਰੀਰੀਅਨ ਰਿਲੇਸ਼ਨਸ ਔਰ ਜਿਹੜੇ ਐਗਰੀਰੀਅਨ ਰਿਲੇਸ਼ਨ ਬਿਟਵੀਨ ਦ ਟੀਨੈਂਟ ਐਂਡ ਦਾ ਲੈਂਡਲੋਰਡ ਉਹ ਹਮੇਸ਼ਾ ਐਕਸਪਲੋਇਟੇਟਿਵ ਹੁੰਦੇ ਆ। ਜਿਹੜਾ ਟੀਨੈਂਟ ਹੈ ਉਹਨੂੰ ਐਕਸਪਲੋਇਟ ਕੀਤਾ ਜਾਂਦਾ ਬਾਏ ਦਾ ਲੈਂਡਲੋਰਡ ਨੂੰ ਇਹ ਹੁੰਦਾ ਕਿ ਮੇਰੀ ਜ਼ਮੀਨ ਹੈ ਮੈਂ ਆਪਣੀ ਮਰਜ਼ੀ ਦੇ ਨਾਲ ਉਹਨੂੰ ਪ੍ਰੋਵਾਈਡ ਕਰਾਂਗਾ ਤਾਂ ਉੱਥੇ ਹਮੇਸ਼ਾ ਉਹਦੀ ਐਕਸਪਲੋਇਟੇਸ਼ਨ ਹੁੰਦੀ ਹੈ। ਨੈਕਸਟ ਇਜ਼ ਅ ਲੈਕ ਆਫ ਔਰਗੇਨਾਈਜ਼ਡ ਮਾਰਕੀਟਿੰਗ ਸਿਸਟਮ ਜਦੋਂ ਅਸੀਂ ਆਪਣੀ ਹਾਰਵੈਸਟ ਹੈ ਉਹਨੂੰ ਉਹਦੇ 'ਚ ਲੈ ਕੇ ਆਉਂਦੇ ਹੈਗੇ ਜੋ ਵੀ ਅਸੀਂ ਹਾਰਵੈਸਟ ਕੀਤਾ ਹੈ ਪ੍ਰੋਡਿਊਸ ਹੈ ਮਾਰਕੀਟ ਦੇ ਵਿੱਚ ਲੈ ਕੇ ਜਾਂਦੇ ਹਾਂ ਤਾਂ ਉੱਥੇ ਸਾਡੇ ਕੋਲ ਪ੍ਰੋਪਰ ਸਿਸਟਮ ਨਹੀਂ ਹੈ ਤਾਂ ਫਿਰ ਸਾਨੂੰ ਆਪਣੀ ਜਿਹੜੀ ਪ੍ਰੋਡਿਊਸ ਹੈ ਜਾਂ ਤਾਂ ਅਸੀਂ ਮਨੀ ਲੈਂਡਰਸ ਦੇ ਕੋਲ ਜਾਂ ਫਿਰ ਅਸੀਂ ਮਹਾਜਨਸ ਦੇ ਕੋਲ ਜਿਨ੍ਹਾਂ ਨੂੰ ਅਸੀਂ ਆੜ੍ਹਤੀਏ ਕਹਿੰਦੇ ਹੈਗੇ ਤਾਂ ਉਹਨਾਂ ਨੂੰ ਆਪਣੀ ਜਿਹੜੀ ਪ੍ਰੋਡਿਊਸ ਹੈ ਉਹ ਸੇਲ ਕਰਨੀ ਪੈਂਦੀ ਹੈ ਤਾਂ ਉਹ ਉਹਨਾਂ ਦੀ ਮਰਜ਼ੀ ਹੈ ਕਿ ਉਹ ਕਿਸ ਰੇਟ ਦੇ ਉੱਤੇ ਉਹ ਕਰਦੇ ਹੈਗੇ। ਤਾਂ ਜਦੋਂ ਮਿਡਲਮੈਨ ਜ਼ਿਆਦਾ ਹੋ ਜਾਂਦੇ ਆ ਬਿਟਵੀਨ ਦਾ ਗਵਰਨਮੈਂਟ ਐਂਡ ਦਾ ਪਬਲਿਕ ਤਾਂ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਹਮੇਸ਼ਾ ਸਫਰ ਕਰਨਾ ਹੀ ਪੈਂਦਾ।
ਅਗਰ ਅਸੀਂ ਦੇਖੀਏ ਤਾਂ ਆਲਮੋਸਟ ਜੋ ਵੀ ਸਾਡੇ ਕੋਲ ਪ੍ਰੋਬਲਮਸ ਆਉਂਦੀਆਂ ਹੈਗੀਆਂ ਤਾਂ ਉਹੀ ਸਾਡੇ ਕੋਲੇ ਸਾਡੇ ਜਿਹੜੇ ਫੀਚਰਸ ਆ ਜਾਂਦੇ ਆ ਐਂਡ ਟੂ ਰਿਮੂਵ ਆਲ ਥੀਸ ਹਿੰਡਰੈਂਸਿਸ ਸੋ ਦੈਟ ਕਿ ਅਸੀਂ ਆਪਣੀ ਪ੍ਰੋਡਕਟਿਵਿਟੀ ਨੂੰ ਰਾਈਜ਼ ਕਰ ਸਕੀਏ, ਆਪਣੀ ਜਿਹੜੀ ਕ੍ਰੌਪ ਹੈ ਉੱਥੋਂ ਅਸੀਂ ਰੈਮੂਨਰੇਟਿਵ ਪ੍ਰਾਈਸਿਸ ਨੂੰ ਚਾਰਜ ਕਰ ਸਕੀਏ, ਇਹਨੂੰ ਕਮਰਸ਼ੀਅਲਾਈਜੇਸ਼ਨ ਕਰ ਸਕੀਏ, ਤਾਂ ਉਹਦੇ ਲਈ ਸਾਨੂੰ ਬਹੁਤ ਸਾਰੀ ਰਿਫੋਰਮਸ ਦੀ ਜ਼ਰੂਰਤ ਹੈ ਐਂਡ ਦਿਸ ਇਜ਼ ਅੰਡਰ ਦ ਐਗਰੇਰੀਅਨ ਰਿਫੋਰਮਸ. In next video we will discuss these agrarian reforms.